सत श्री अकाल जी। मेरा नाम रमन शर्मा एज एन आयल्स ट्रेनर। ਅੱਜ ਮੈਂ ਤੁਹਾਨੂੰ ਰੀਡਿੰਗ ਮੋਡਿਊਲ ਦੇ ਬਾਰੇ ਜੋ ਫਿਲ ਇਨ ਦਾ ਬਲੈਂਕਸ ਨੇ ਉਸ ਚੈਪਟਰ ਨੂੰ ਕਲੀਅਰ ਕਰਵਾਉਂਗਾ। ਅੱਜ ਮੈਂ ਤੁਹਾਨੂੰ ਟੂ ਕਾਈਂਡਸ ਦੀਆਂ ਫਿਲ ਇਨ ਦਾ ਬਲੈਂਕ ਨੇ ਜਿਹੜੀਆਂ ਉਹਦੇ ਬਾਰੇ ਬਿਲਕੁਲ ਦੱਸਾਂਗਾ। ਜਿਹੜੀ ਫਸਟ ਫਿਲ ਇਨ ਦਾ ਬਲੈਂਕ ਹੈ ਬੱਚੇ, ਇਹ ਨਾਰਮਲ ਜਿਵੇਂ ਆਪਾਂ ਨੂੰ ਸਮਰੀ ਟਾਈਪ ਆਉਂਦੀ ਹੈ, ਐਂਡ ਦਾ ਸੈਕੰਡ ਫਿਲ ਇਨ ਦਾ ਬਲੈਂਕ ਹੈ ਦੈਟ ਇਜ਼ ਕਾਲਡ ਅ ਫਲੋ ਚਾਰਟ। ਕਿ ਫਲੋ ਚਾਰਟ ਦੇ ਵਿੱਚ ਸਟੈਪ ਬਾਈ ਸਟੈਪ ਜਿਵੇਂ ਫਿਲ ਇਨ ਦਾ ਬਲੈਂਕਸ ਆਉਂਦੇ ਨੇਗੇ, ਮੈਂ ਉਸ ਨੂੰ ਕਰਵਾਉਂਗਾ। ਅੱਜ ਦੀ ਰੀਡਿੰਗ ਦੇ ਵਿੱਚ ਮੈਂ ਤੁਹਾਨੂੰ 8 ਫਿਲ ਇਨ ਦਾ ਬਲੈਂਕਸ ਨੇ, 3 ਫਿਲ ਇਨ ਦਾ ਬਲੈਂਕਸ ਨੇ ਸਮਰੀ ਵਾਈਜ਼ ਹੈ, ਤੇ ਜਿਹੜੇ 5 ਫਿਲ ਇਨ ਦਾ ਬਲੈਂਕਸ ਨੇ ਬੱਚੇ ਉਹ ਨੇਗੇ ਫਲੋ ਚਾਰਟ ਦੇ ਵਿੱਚ ਨੇ। ਤਾਂ ਰੀਡਿੰਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਬੜੀ ਕਲੀਅਰ ਕਰਦਾ ਕਿ ਬਹੁਤ ਸਾਰੇ ਬੱਚਿਆਂ ਦੇ ਮਨ 'ਚ ਇੱਕ ਡਾਊਟ ਹੁੰਦਾ ਕਿ ਸਰ ਆਇਲਸ ਦੇ ਵਿੱਚ ਰੀਡਿੰਗ ਦੇ ਵਿੱਚ ਕਨਸੈਂਟਰੇਟ ਨਹੀਂ ਬਣਦਾ। ਕਈ ਵਾਰ ਕੀ ਹੁੰਦਾ ਕਿ ਇੱਕ ਬੱਚਾ ਬਹੁਤ ਅੱਛੇ ਤਰੀਕੇ ਨਾਲ ਉਹਨੂੰ ਰੀਡ ਆਊਟ ਕਰ ਰਿਹਾ ਹੁੰਦਾ ਤੇ ਕਿਸੇ ਕਾਰਨ ਕਰਕੇ ਉਹਦਾ ਜਿਹੜਾ ਦਿਮਾਗ ਹੈ ਜਾਂ ਮਾਈਂਡ ਉੱਥੇ ਜਿਹੜਾ ਪ੍ਰੋਪਰਲੀ ਐਂਸਰ ਦੇ ਉੱਤੇ ਨਹੀਂ ਪਹੁੰਚਦਾ। ਤਾਂ ਸਭ ਤੋਂ ਵਧੀਆ ਸੋਲੂਸ਼ਨ ਮੈਂ ਇੱਕ ਗੱਲ ਦਾ ਦੱਸਦਾ, ਜੇਕਰ ਕਿਸੇ ਵੀ ਬੱਚੇ ਨੂੰ ਲੱਗਦਾ ਹੈ ਕਿ 1 ਘੰਟਾ ਬਲਕਿ 1 ਆਵਰ ਤੁਸੀਂ ਇੰਸਟੀਚਿਊਟ ਬਸ ਜਸਟ ਇੱਕ ਰੀਡਿੰਗ ਲੈ ਕੇ ਬੈਠੇ ਹੋ ਤੇ ਉਸ ਨੂੰ ਰੀਡ ਆਊਟ ਕਰਦੇ ਤੇ ਉਸ ਤੋਂ ਬਾਅਦ ਤੁਹਾਡਾ ਕਨਸੈਂਟਰੇਟ ਬਣੇਗਾ, ਐਵੇਂ ਕਦੇ ਵੀ ਨਹੀਂ ਹੋਏਗਾ। ਚਾਹੇ ਤੁਸੀਂ 2 ਮੰਥ ਲਾ ਲਓ, 3 ਮੰਥ 4 ਮੰਥ ਟਾਈਮ ਜਿੰਨਾ ਮਰਜ਼ੀ ਵੇਸਟ ਕਰ ਦਿਓ। ਤੇ ਸਾਫ਼ ਸ਼ਬਦਾਂ 'ਚ ਜੇ ਮੈਂ ਕਹਾਂ ਤੇ ਰੀਡਿੰਗ ਦੇ ਵਿੱਚ ਇੰਟਰਸਟ ਬਣਾਉਣ ਦੇ ਲਈ ਤੁਸੀਂ ਕਿਸੇ ਵੀ ਲੈਂਗੁਏਜ ਨੂੰ ਪੜ੍ਹਨਾ ਸ਼ੁਰੂ ਕਰੋ। ਆਪਣੇ ਘਰੇ ਛੋਟੀਆਂ ਸਟੋਰੀਜ਼ ਨੂੰ ਪੜ੍ਹਨਾ ਸ਼ੁਰੂ ਕਰੋ। ਇਟ ਕੈਨ ਬੀ ਹਿੰਦੀ, ਪੰਜਾਬੀ, ਇੰਗਲਿਸ਼, ਉਰਦੂ, ਕੋਈ ਵੀ, ਕਿਉਂਕਿ ਜਦੋਂ ਆਪਾਂ ਨੂੰ ਰੀਡਿੰਗ ਦੀ ਹੈਬਿਟ ਬਣੇਗੀ ਤਾਂ ਹੀ ਤਾਂ ਜਾ ਕੇ ਆਪਣਾ ਕਨਸੈਂਟਰੇਟ ਬਣੇਗਾ। ਮੈਂ ਤੁਹਾਨੂੰ ਸਲਾਹ ਦਿੰਦਾ, ਜੇਕਰ ਕੋਈ ਬੱਚਾ ਇਹ ਸੋਚਦਾ ਨਾ ਕਿ ਰੀਡਿੰਗ ਦੇ ਵਿੱਚ ਹੈਬਿਟ ਨਹੀਂ ਬਣ ਰਹੀ ਹੈਗੀ, ਕਨਸੈਂਟਰੇਟ ਨਹੀਂ ਬਣ ਰਿਹਾ, ਤਾਂ ਮੈਂ ਤੁਹਾਨੂੰ ਬਿਲਕੁਲ ਅੱਛੇ ਤਰੀਕੇ ਨਾਲ ਐਡਵਾਈਸ ਕਰਦਾ ਤੁਸੀਂ ਆਪਣੇ +1 +2 ਦੀਆਂ ਕੋਈ ਵੀ ਬੁੱਕਸ ਲੈ ਲਓ ਤੇ ਉਹਦੇ 'ਚ ਇੰਗਲਿਸ਼ ਦੀਆਂ ਜਿਹੜੀਆਂ ਸਟੋਰੀਜ਼ ਨੇਗੀਆਂ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰੋ। ਉਹਦੇ ਨਾਲ ਤੁਹਾਨੂੰ ਇੱਕ ਬੈਨੀਫਿਟ ਇਹ ਹੋਏਗਾ ਬੱਚੇ ਕਿ ਤੁਹਾਨੂੰ ਅੰਡਰਸਟੈਂਡ ਹੋਣਾ ਸ਼ੁਰੂ ਹੋਏਗਾ ਕਿ ਦਿਮਾਗ ਇੱਕ ਜਗ੍ਹਾ ਤੇ ਟਿਕਦਾ ਕਿਵੇਂ ਹੈਗਾ। ਕਿਉਂਕਿ ਕਈ ਵਾਰ ਕੀ ਹੁੰਦਾ ਹੈਗਾ, ਆਪਾਂ ਜੋ ਆਪਾਂ ਨੂੰ ਰੀਡਿੰਗ ਪੈਸੇਜ 1 ਪੈਸੇਜ 2 ਪੈਸੇਜ 3 ਮਿਲਦਾ ਹੈਗਾ, ਉਹ ਕੀ ਹੁੰਦਾ ਕਿ ਸਟੋਰੀ ਬੇਸਡ ਨਹੀਂ ਹੁੰਦਾ, ਉਹ ਫੈਕਟ ਬੇਸਡ ਹੁੰਦਾ ਹੈ। ਤੇ ਕਈ ਵਾਰ ਕੀ ਹੁੰਦਾ ਆਪਾਂ ਨੂੰ ਟ੍ਰਾਂਸਲੇਸ਼ਨ ਅੰਡਰਸਟੈਂਡ ਨਹੀਂ ਹੁੰਦੀ ਤੇ ਜਿਹਦੇ ਨਾਲ ਆਪਣਾ ਕਨਸੈਂਟਰੇਟ ਟੁੱਟ ਜਾਂਦਾ ਹੈ। ਤਾਂ ਸਭ ਤੋਂ ਵਧੀਆ ਤਰੀਕਾ ਅੰਡਰਸਟੈਂਡਿੰਗ ਦਾ ਇਹੀ ਹੈ ਕਿ ਤੁਸੀਂ ਇੰਗਲਿਸ਼ ਮੈਗਜ਼ੀਨ ਲੈ ਲਓ, ਕੋਈ ਸਟੋਰੀਜ਼ ਲੈ ਲਓ, ਜਾਂ ਕਿਸੇ ਵੀ ਇੰਗਲਿਸ਼ ਨਾਲ ਜੁੜੀ ਹੋਈ ਚੀਜ਼ ਨੂੰ ਪੜ੍ਹਨਾ ਸ਼ੁਰੂ ਕਰੋ। ਇੱਥੋਂ ਤੁਹਾਡੀ ਹੈਬਿਟ ਹੈ ਜਿਹੜੀ ਉਹ ਬਣਨੀ ਸ਼ੁਰੂ ਹੋ ਜਾਏਗੀ। ਸੋ ਅੱਜ ਆਪਾਂ ਟਾਈਮ ਨਾ ਵੇਸਟ ਕਰਦੇ ਹੋਏ ਮੈਂ ਤੁਹਾਨੂੰ ਰੀਡਿੰਗ ਸ਼ੋ ਕਰਦਾ ਤੇ ਉਮੀਦ ਕਰੂੰਗਾ ਕਿ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਅੰਡਰਸਟੈਂਡ ਹੋਏਗੀ। तो आप स्क्रीन के उत्ते मैं तुहाडे कोले शो करदा बच्चे इसनूं, दैट्स फाइन। होप कि तुहानूं बड़े वधिया तरीके नाल समझ आएगा ते जे समझ आया तो डेफिनेटली तुहाडे कोले लाइक का बटन जरूर हैगा ते उहनूं प्रेस करिया करो ते तुहाडे ट्रेनर दा हौसला वधाया करो। देखो बच्चे, सब तो पहला अज अपने कोले की आ दैट इज कोल्ड क्वेश्चन है, समरी है ते इहनूं बड़े वधिया तरीके नाल मैं तुहानूं अंडरस्टैंड करना भी सिखाऊंगा। इहनूं सब तो पहला एक गल याद रखियो, क्वेश्चन 1 to 40 होंगे आ। चाहे तुसी एग्जाम च 38 क्वेश्चन करे हो, 2 क्वेश्चन जे रहंदे ने तां छड्ड भी आई हो, पर एक बेनती आ कि कोई भी क्वेश्चन करन तो पहला ओदे जेहड़े इंस्ट्रक्शंस ने उन्हां नूं बहुत अच्छे तरीके नाल पढ़ लिया करो। जिवें इहदा इंस्ट्रक्शन की है, कंप्लीट द समरी, चूज 1 वर्ड ओनली। बस एक शब्द है जिहड़ा अपने वो चूज करना हैगा। चलो आ जाओ आप स्टोरी दसदा ते अज मैं तुहानूं सिखाऊंगा कि आप आंसर नूं एक्यूरेट किवें लभ सकदे हां। सो अपनी जिहड़ी स्टेटमेंट है बच्चे वो इत्थों शुरू हुंदी है। कहना स्टेटमेंट की कह रही है, देयर आर सेवरल नंबर्स लिए यूज होंदा है कि बहुत ज्यादा। देयर आर सेवरल डैश ऑफ caves with the most common and largest being located in limestone or marble। ਹੁਣ ਇੱਕ ਗੱਲ ਯਾਦ ਰੱਖਿਓ, ਜੇ ਮੈਂ ਫਿਲ ਇਨ ਦਾ ਬਲੈਂਕਸ ਨੂੰ ਬਹੁਤ ਅੱਛੇ ਤਰੀਕੇ ਨਾਲ ਕਰਨਾ ਹੈ ਤਾਂ ਮੈਂ ਆਪਣੇ ਕੋਲੇ ਕੀਵਰਡਸ ਦੇਖੂੰਗਾ। ਕੀਵਰਡ ਮੇਰੇ ਕੋਲ ਕਿਹੜੇ ਕਿਹੜੇ ਨੇ, ਦੇਖੋ ਮੈਂ ਜਿਨ੍ਹਾਂ ਨੂੰ ਬਲੂ ਕਰੂੰਗਾ ਨਾ ਉਹ ਮੇਰੇ ਕੀਵਰਡ ਹੋਣਗੇ। ਜਿਵੇਂ ਲਾਈਮਸਟੋਨ ਔਰ ਮਾਰਬਲ ਮੇਰਾ ਕੀਵਰਡ ਹੈ, ਲਾਰਜੈਸਟ ਹੈ ਜਿਹੜਾ ਉਹ ਮੇਰਾ ਕੀਵਰਡ ਹੈ, ਕੇਵਸ ਕੀਵਰਡ ਹੈ ਮੇਰਾ। मतलब ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੇਨ ਕਿਹੜੇ ਵਰਡਸ ਨੇ ਜਿੱਥੋਂ ਜਾ ਕੇ ਆਪਾਂ ਨੂੰ ਜਿਹੜੀ ਲੋਕੇਸ਼ਨ ਉਹ ਲੱਭਣੀ ਸ਼ੁਰੂ ਹੋ ਜੂਗੀ। ਮੋਸਟ ਕਾਮਨ ਹੈ ਜਿਹੜਾ ਉਹ ਕੀਵਰਡ ਹੈਗਾ। ਹੁਣ ਇਹਨਾਂ ਦੇ ਵਿੱਚੋਂ ਕੀ ਹੋਏਗਾ ਬੱਚੇ, ਜਿਹੜੇ ਮੈਂ ਬਲੂ ਕੀਤੇ ਆ ਇਹ ਕੀਵਰਡਸ ਨੇ। ਆਪਾਂ ਲੋਕੇਸ਼ਨ ਤੇ ਜਾਵਾਂਗੇ ਤਾਂ ਆਪਾਂ ਨੂੰ ਇਹਨਾਂ ਚੋਂ ਜਦੋਂ ਮਿਲ ਗਿਆ ਤਾਂ ਆਪਣਾ ਆਨਸਰ ਉੱਥੇ ਹੋਏਗਾ। ਚਲੋ ਆਪਾਂ ਉੱਪਰ ਚੱਲਦੇ ਹਾਂ ਕਿ देयर आर सेवरल डैश ऑफ caves with the most common largest being located limestone और marble। ਚਲੋ ਸਟਾਰਟਿੰਗ ਤੋਂ ਆਪਾਂ ਇਹਨੂੰ ਰੀਡ ਕਰਦੇ ਹਾਂ ਤੇ ਬਹੁਤ ਬੈਸਟ ਵੇ ਨਾਲ ਮੈਂ ਤੁਹਾਨੂੰ ਸਮਝਾਉਂਗਾ ਕਿ ਆਨਸਰ ਐਕੂਰੇਸੀ ਨਾਲ ਕਿਵੇਂ ਲੱਭਦੇ ਆ। ਦੇਖੋ ਸ਼ੁਰੂ ਕਰਦੇ ਹਾਂ।
कहना caves are natural underground spaces commonly those into which man can enter। अपनी कोई टॉक नहीं हैगी ਇੱਥੇ तक, मतलब कि ਆਪਾਂ ਨੂੰ श्योर है कि अपना आंसर ए च नहीं हैगा, लोकेशन नहीं हैगी। There are three major types, the most widespread and extensive। ध्यान ਨਾਲ देखो बच्चे, अपने कोले ਉੱਥੇ वर्ड ਸੀਗਾ largest ਤੇ ਇੱਥੇ ਆਪਣੇ ਕੋਲੇ widespread synonym। extensive are those developed in soluble rocks usually limestone or marble। देखो अपन limestone ਤੇ marble है ਜਿਹੜਾ ਬੱਚੇ ਉਹ word ਵੀ ਮਿਲ ਗਿਆ ਤੇ ਡੈਫੀਨਿਟਲੀ ਜਿਹੜਾ largest ਸੀਗਾ ਆਪਾਂ ਨੂੰ ਦਾ widespread ਮਿਲ ਗਿਆ, most commonly ਆਪਾਂ ਨੂੰ word ਇੱਥੇ ਮਿਲ ਗਿਆ। ਹੁਣ ਧਿਆਨ ਨਾਲ ਦੇਖੋ, अपना आंसर लाइमस्टोन ते मार्बल नहीं हो सकता, वाइड स्प्रेड भी नहीं हो सकता। देयर आर थ्री मेजर टाइप्स। ਤਾਂ ਇੱਥੇ ਜਿਹੜਾ ਟਾਈਪਸ ਵਰਡ ਹੈ ਨਾ, ਮੈਂ ਇਹਦਾ ਕਲਰ ਹੋਰ ਕਰਦਾ ਤੁਹਾਨੂੰ ਅੰਡਰਸਟੈਂਡ ਕਰਨ ਦੇ ਲਈ, ਇਹਦਾ ਗ੍ਰੀਨ ਕਰ ਦਿੰਦੇ ਆ। ਤਾਂ ਐਕੂਰੇਟ ਜਿਹੜਾ ਬੱਚੇ ਆਪਣਾ ਆਨਸਰ ਹੈਗਾ ਉਹ ਟਾਈਪਸ ਆਨਸਰ ਨਿਕਲਿਆ। ਟਾਈਪਸ ਕਿਉਂ ਨਿਕਲਿਆ? ਬਹੁਤ ਬੱਚਿਆਂ ਨੂੰ ਲੱਗਦਾ ਕਿ देयर आर थ्री ਮੇਜਰ ਟਾਈਪਸ, ਸਰ 3 ਆਨਸਰ ਹੋਊਗਾ। ਨਹੀਂ ਬੱਚੇ, ਆਪਾਂ ਨੂੰ ਤੇ ਸੈਵਰਲ ਦਿੱਤਾ ਹੋਇਆ। ਜਦੋਂ ਸੈਵਰਲ ਤਾਂ ਨੰਬਰਸ ਲਈ ਹੁੰਦਾ ਨਾ 1 2 3 4 ਸੈਵਰਲ ਨੰਬਰ, ਤਾਂ ਨੰਬਰ ਤਾਂ ਆ ਹੀ ਨਹੀਂ ਸਕਦਾ, ਮੇਜਰ ਵਰਡ ਬਿਲਕੁਲ ਵੀ ਨਹੀਂ ਆਏਗਾ। ਇਸ ਕਰਕੇ ਜਿਹੜਾ ਆਪਣੇ ਕੋਲ ਇੱਕੋ ਵਰਡ ਬਚਿਆ ਦੈਟ ਇਜ਼ ਕਾਲਡ ਟਾਈਪਸ। ਤੇ ਆਪਾਂ ਲੋਕੇਸ਼ਨ ਤੇ ਜੇ ਇੱਥੇ ਜਾ ਕੇ ਦੇਖੀ ਕੁਐਸਚਨ ਦੇ ਵਿੱਚ ਤਾਂ ਕੀ ਬਣ ਗਿਆ, देयर आर डैश ऑफ caves in the देयर आर several types। ਤਾਂ ਇਸ ਕਰਕੇ ਜਿਹੜਾ ਆਪਣਾ ਆਨਸਰ ਹੈ ਦੈਟ ਇਜ਼ ਕਾਲਡ ਟਾਈਪਸ। अपना आंसर है टाइप्स इथे निकल गया। तो मैं उम्मीद करूंगा ਤੁਹਾਨੂੰ समझ आया होगा। अपना आंसर बच्चे 3 ਤਾਂ नहीं निकले क्योंकि इथे सैवरल वर्ड ਸੀਗਾ ਤੇ सैवरल भी न्यूमेरिकल नंबर ਦੇ ਲਈ ਹੁੰਦਾ ਹੈ, ਤਾਂ ਕਰਕੇ ਆਪਣੇ ਕੋਲ टाइप्स ਸੀਗਾ। ਇਸ ਤੋਂ ਬਾਅਦ ਆਪਾਂ ਅੱਗੇ ਰੀਡ ਕਰਦੇ ਹਾਂ। Coastal caves are created in cliffs usually by waves in lava flow। ਜਿੱਥੇ lava flow ਦੀ ਟਾਕ ਹੋਵੇ, solidified outer crust ਦੀ ਟਾਕ ਹੋਵੇ, that remain once in a molten core has drained away also form dash। ਜਦੋਂ ਇਹ drained away ਹੋਇਆ ਨਾ ਤਾਂ ਕਾਦੀ ਫਾਰਮ ਦੇ ਵਿੱਚ ਆਪਾਂ ਨੂੰ ਮਿਲ ਜਾਏਗਾ। ਆਪਣੇ ਕੋਲ ਕੀਵਰਡ ਕਿਹੜੇ ਕਿਹੜੇ ਨੇ ਧਿਆਨ ਨਾਲ ਦੇਖੋ, lava flows ਮਿਲ ਜੇ, drained away ਮਿਲ ਜੇ, molten core ਮਿਲ ਜੇ, crust ਮਿਲ ਜੇ, outer crust ਮਿਲ ਜੇ। ਚਲੋ ਆਪਾਂ ਦੇਖਦੇ ਹਾਂ ਤੇ ਹਮੇਸ਼ਾ ਆਨਸਰ ਸਟੈਪ ਬਾਈ ਸਟੈਪ ਹੀ ਚੱਲਦੇ ਆ। ਆਪਾਂ ਨੂੰ ਟਾਈਪਸ ਤੱਕ ਮਿਲ ਗਿਆ ਸੀ, ਆਪਾਂ ਅੱਗੇ ਦੇਖਦੇ ਹਾਂ ਇੱਥੇ ਮਾਰਬਲ ਤੋਂ ਬਾਅਦ ਇੱਥੋਂ ਰੀਡ ਕਰਦੇ ਹਾਂ। ਕਹਿੰਦਾ by underground movement of water on the coast of three formed in cliffs generally by concentrated pounding of waves along joints and joints of crushed rocks। ਇਸ ਤਰ੍ਹਾਂ ਕੋਈ ਫालतू ਦੀ ਟਾਕ ਹੈ, ਆਪਣੀ ਟਾਕ ਨਹੀਂ ਹੋਈ। and a few caves are formed in lava flows। very good, ਆਪਾਂ ਨੂੰ ਇੱਕ ਵਰਡ ਮਿਲ ਗਿਆ lava flows where the solidified outer crust। ਆਪਾਂ ਨੂੰ ਦੂਜਾ ਵਰਡ ਮਿਲ ਗਿਆ, ਮਤਲਬ ਕਿ ਆਪਾਂ ਸ਼ੋਰ ਹੋ ਗਏ ਕਿ ਸਾਡਾ ਆਨਸਰ ਇੱਥੇ ਹੈ। outer crust is left after the molten core। ਬੱਚੇ ਆਪਾਂ ਨੂੰ ਇਹ ਵੀ ਮਿਲ ਗਿਆ ਤੇ has drained away to form rough tunnels। ਤਾਂ ਮਤਲਬ ਸਾਰਿਆਂ ਨੂੰ ਸ਼ੋਰਿਟੀ ਹੋਣੀ ਸ਼ੁਰੂ ਹੋ ਗਈ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਮਿਲਿਆ lava flow, solidified outer crust ਮਿਲ ਗਿਆ, molten core ਮਿਲ ਗਿਆ ਤੇ has drained away। drained away ਦਾ ਮਤਲਬ ਕੀ ਹੈ ਕਿ ਵਹਿ ਜਾਣਾ। ਤੇ ਆਪਾਂ ਨੂੰ ਧਿਆਨ ਨਾਲ ਦੇਖੋ ਬੱਚੇ, ਇੱਥੇ drained away ਕੀ ਹੈ, ਫਾਰਮ ਆਫ rough tunnels। ਹੁਣ rough ਦਾ ਵਰਡ ਆ ਹੀ ਨਹੀਂ ਸਕਦਾ, ਤਾਂ ਐਕੂਰੇਟ ਆਨਸਰ ਆਪਣਾ ਕੀ ਬਣ ਗਿਆ, tunnels। ਤਾਂ ਤੁਸੀਂ ਧਿਆਨ ਨਾਲ ਦੇਖੋ, ਇੱਥੇ ਵੀ ਆਪਾਂ ਨੂੰ ਬੜੀ ਸ਼ੋਰਿਟੀ ਨਾਲ ਆਨਸਰ ਲੱਭ ਗਿਆ ਕਿ has drained away। ਇੱਥੇ drained ਵੀ ਹੈ ਨਾ, away also form ਕੀ ਬਣ ਗਿਆ ਇੱਥੇ, tunnels। ਆਪਣਾ ਜਿਹੜਾ ਸੈਕਿੰਡ ਆਨਸਰ ਹੈ ਬੱਚੇ ਉਹ ਨਿਕਲਿਆ ਆਪਣਾ tunnels। ਫਸਟ ਆਨਸਰ ਆਪਣਾ ਟਾਈਪਸ ਸੀਗਾ ਤੇ ਸੈਕਿੰਡ ਆਨਸਰ ਆਪਣਾ ਟਨਲਸ ਹੈ। ਉਮੀਦ ਕਰੂੰਗਾ ਕਿ ਤੁਹਾਨੂੰ ਸਮਝ ਆਉਣਾ ਸ਼ੁਰੂ ਹੋ ਰਿਹਾ ਹੈ ਕਿ ਲੋਕੇਸ਼ਨ ਤੇ ਜਾਣ ਲਈ ਆਪਾਂ ਨੂੰ ਕੀਵਰਡ ਚਾਹੀਦੇ ਨੇ ਤੇ ਕੀਵਰਡ ਦੇ ਨਾਲ ਆਪਾਂ ਪ੍ਰੋਪਰ ਤਰੀਕੇ ਨਾਲ ਕਰਦੇ ਹਾਂ। ਧਿਆਨ ਨਾਲ ਦੇਖੋ, ਥਰਡ ਕੁਐਸਚਨ ਹੈ, ਇਹ ਕੀ ਕਹਿੰਦਾ ਹੈ, the main ਕੋਈ ਮੇਨ ਡੈਸ਼ for limestone caves are Tequity group rocks। ਹੁਣ ਮਤਲਬ ਕਿ ਆ ਸਭ ਤੋਂ ਵਧੀਆ ਕਿ ਜਿੱਥੇ Tequity group rocks ਦੀ ਗੱਲ ਹੋਗੀ ਤੇ ਮੇਨ ਉਹ ਕਿਹੜੀ ਚੀਜ਼ ਹੈ। ਚਲੋ ਆਪਾਂ ਦੇਖਦੇ ਹਾਂ। ਲੋਕੇਸ਼ਨ ਤੇ ਜਾਣਾ ਮੈਂ ਉਮੀਦ ਕਰਦਾ ਕਿ ਤੁਹਾਨੂੰ ਸਮਝ ਆਉਣਾ ਸ਼ੁਰੂ ਹੋ ਗਿਆ ਹੋਵੇਗਾ ਤੇ ਡੈਫੀਨਿਟਲੀ ਜਿਹੜਾ ਆਨਸਰ ਹੈ ਉਹ ਇਸ ਤੋਂ ਨੀਚੇ ਹੀ ਹੋਏਗਾ। ਆਪਾਂ ਨੂੰ Tequity ਗਰੁੱਪ ਲੱਭਣਾ ਤੇ ਤੁਸੀਂ ਆਹ ਦੇਖ ਸਕਦੇ ਹੋ ਕਿ ਆਪਾਂ ਨੂੰ ਆਹ ਪਿਆ Tequity ਗਰੁੱਪ ਤੇ ਆਪਣਾ ਆਨਸਰ ਇੱਥੇ ਆ। ਤਾਂ ਆਪਾਂ ਇੱਥੋਂ ਪੜ੍ਹਨਾ ਸ਼ੁਰੂ ਕਰਦੇ ਹਾਂ। the most notable ਨਾ most important, ਠੀਕ ਹੈ, notable limestone areas for caves are many hundreds of square kilometer of Tequity group। ਤਾਂ ਡੈਫੀਨਿਟਲੀ ਆਪਾਂ ਨੂੰ ਪਤਾ ਲੱਗਿਆ ਕਿ ਸਾਡਾ ਆਨਸਰ ਹੈ ਜਿਹੜਾ ਉਹ ਇਹਦੇ ਵਿੱਚ ਇੱਥੇ ਹੈ, ਕਿਉਂਕਿ ਹੁਣ ਧਿਆਨ ਨਾਲ ਦੇਖੋ ਉੱਥੇ ਦਾ ਨੋਟੇਬਲ ਦਿੱਤਾ ਹੋਇਆ ਸੀਗਾ, ਦਾ ਮੋਸਟ ਨੋਟੇਬਲ ਹੈ ਤਾਂ ਉੱਥੇ ਮੇਨ ਦਿੱਤਾ ਹੋਇਆ ਸੀ ਮੇਨ।
ਹੁਣ द मोस्ट नोटेबल ਦਾ ਮਤਲਬ ਹੀ ਮੇਨ ਹੁੰਦਾ ਹੈਗਾ। ਲਾਈਮਸਟੋਨ ਆਪਾਂ ਨੂੰ ਉੱਥੇ ਦਿੱਤਾ ਹੋਇਆ ਤਾਂ ਕੇਵਸ ਵੀ ਦਿੱਤਾ ਹੋਇਆ, ਟੀਕਵਿਟੀ ਗਰੁੱਪ ਦਿੱਤਾ ਹੋਇਆ, ਤਾਂ ਆਪਣੇ ਕੋਲ ਇੱਕੋ ਵਰਡ ਬਚਿਆ ਦੈਟ ਇਜ਼ ਕੋਲਡ ਏਰੀਆਜ਼। ਤਾਂ ਆਪਣਾ ਜਿਹੜਾ ਥਰਡ ਆਨਸਰ ਹੈ ਉਹ ਆ ਗਿਆ ਏਰੀਆਜ਼। ਤੁਸੀਂ ਇੱਥੇ ਆ ਕੇ ਮੈਚ ਕਰਕੇ ਦੇਖੋ ਇਹਨੂੰ, ਗੌਰ ਨਾਲ ਦੇਖੋ। ਦ ਮੇਨ ਏਰੀਆਜ਼, the main areas for limestone caves are teak-witty group। ਇਹ ਆਪਾਂ ਸ਼ੋਰਟੀ ਨਾਲ ਆਪਣਾ ਜਿਹੜਾ ਥਰਡ ਆਨਸਰ ਹੈ ਆਪਾਂ ਨੇ ਏਰੀਆਜ਼ ਕੱਢਿਆ, ਕਿਉਂਕਿ ਧਿਆਨ ਨਾਲ ਦੇਖੋ ਜਿੱਥੇ ਆਪਾਂ ਨੂੰ ਲੋਕੇਸ਼ਨ ਲੱਭੀ ਸੀਗੀ ਉੱਥੇ ਕੇਵਸ ਵੀ ਦਿੱਤਾ, ਤਾਂ ਕੇਵਸ ਦਾ ਉਰੇ ਤਾਂ ਆਨਸਰ ਨਹੀਂ ਆ ਸਕਦਾ, ਲਾਈਮਸਟੋਨ ਵੀ ਨਹੀਂ ਆਨਸਰ ਆ ਸਕਦਾ। ਮੇਨ ਹੈ ਤਾਂ ਉੱਥੇ ਆਪਾਂ ਨੂੰ ਮੋਸਟ ਨੋਟੇਬਲ ਦਿੱਤਾ ਹੋਇਆ, ਟੀਕ-ਵਿਟੀ ਗਰੁੱਪ ਦਿੱਤਾ, ਤਾਂ ਹੋਰ ਕੋਈ ਵਰਡ ਹੀ ਨਹੀਂ ਬਚਿਆ ਸੀ ਸਿਵਾਏ ਏਰੀਆ ਦੇ। ਤਾਂ ਇਹ ਸਮਰੀ ਟਾਈਪ ਕੁਐਸਚਨ ਨੇ ਜਿਹੜੇ ਆਪਾਂ ਨੇ ਕੀਤੇ ਆ, ਤੇ ਮੈਂ ਉਮੀਦ ਕਰੂੰਗਾ ਕਿ ਤੁਹਾਨੂੰ 3 ਆਨਸਰ ਨੇ ਜਿਹੜੇ ਇਹ ਪ੍ਰੋਪਰ ਤਰੀਕੇ ਨਾਲ ਪਤਾ ਲੱਗੇ ਆ। ਉਸ ਤੋਂ ਬਾਅਦ 4 to 8 ਨੇ, ਇਹਨੂੰ ਕਹਿੰਦੇ ਆ ਫਲੋ ਚਾਰਟ ਤੇ 1 word only। ਇੰਟਰਸਟਿੰਗ ਨੇ, ਕਰਾ ਕੇ ਦਿਖਾਉਣਾ ਬੱਚੇ ਮੈਂ। ਦ ਕ੍ਰੀਏਸ਼ਨ ਆਫ ਲਾਈਮਸਟੋਨ ਕੇਵਸ, ਠੀਕ ਹੈ ਪਹਿਲਾਂ ਕ੍ਰੀਏਸ਼ਨ ਦੀ ਜਿੱਥੇ ਟਾਕ ਹੋ ਗਿਆ ਬਹੁਤ ਦੇਖ ਲਾਂਗੇ। ਲਾਈਮਸਟੋਨ ਫਾਰਮ ਥਿਕ ਲੇਅਰਸ, ਜਿੱਥੇ ਥਿਕ ਲੇਅਰ ਦੀ ਗੱਲ ਹੋ ਗਈ ਬਹੁਤ ਦੇਖਾਂਗੇ। ਅਰਥ ਮੂਵਸ ਕ੍ਰੀਏਟਿੰਗ ਡੈਸ਼ ਐਟ ਪਾਰਟਿੰਗਸ, ਪਹਿਲਾਂ ਧਿਆਨ ਨਾਲ ਦੇਖੋ ਜਿੱਥੇ ਅਰਥ ਮੂਵਸ ਕ੍ਰੀਏਟਿੰਗ ਦੀ ਗੱਲ ਹੋਗੀ, ਜਦੋਂ ਅਰਥ ਮੂਵ ਕਰਦੀ ਹੈ ਤਾਂ ਕੀ ਚੀਜ਼ਾਂ ਨੂੰ ਕ੍ਰੀਏਟ ਕਰਦੀ ਹੈ। ਚਲੋ ਆਜੋ, ਤੇ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਆਪਾਂ ਜਿੱਥੇ ਤੱਕ ਆਨਸਰ ਲੱਭੇ ਆ ਉਸ ਤੋਂ ਬਾਅਦ ਹੀ ਆਪਣਾ ਆਨਸਰ ਸ਼ੁਰੂ ਹੋ ਜਾਏਗਾ। ਆਪਾਂ ਥਿਕਨੈਸ ਦੀ ਟਾਕ ਦੇਖਣੀ ਹੈ, ਤੇ ਧਿਆਨ ਨਾਲ ਦੇਖੋ ਮੈਂ ਕਹਿੰਦਾ ਆਪਣਾ ਆ ਰਿਹਾ ਥਿਕਨੈਸ, ਆਪਾਂ ਇੱਥੇ ਪਹੁੰਚ ਗਏ। ਉਸ ਤੋਂ ਬਾਅਦ ਕੀ ਹੈ, ਬਟ the most commonly 5.7 meter, ਹਾਲੇ ਤਾਂ ਕੋਈ ਆਨਸਰ ਨਹੀਂ। these beds are many accumulate a total thickness of about 100 meters, ਹਾਲੇ ਵੀ ਕੋਈ ਟਾਕ ਨਹੀਂ ਹੈਗੀ। ਚਲੋ ਥੋੜਾ ਅੱਗੇ ਦੇਖਦੇ ਹਾਂ। pure limestone is brittle and folding due to earth movements, very good very good very good, ਆਪਾਂ ਨੂੰ ਮਿਲ ਗਿਆ earth movements causes cracks along the partings। ਸਾਰਾ ਆਨਸਰ ਆਪਾਂ ਨੂੰ ਸੇਮ ਮਿਲ ਗਿਆ। ਹੁਣ ਧਿਆਨ ਨਾਲ ਦੇਖੋ ਅਰਥ ਦੀ ਜਦੋਂ ਮੂਵਮੈਂਟਸ ਹੁੰਦੀ ਹੈ ਤਾਂ ਕਾਜ਼ ਕੀ ਕਰਦੀ ਹੈ, ਕ੍ਰੈਕਸ। ਤਾਂ ਜਿਹੜਾ ਆਪਣਾ ਆਨਸਰ ਹੈਗਾ ਦੈਟ ਇਜ਼ ਕਾਲਡ ਅ ਕ੍ਰੈਕਸ। ਕ੍ਰੈਕਸ ਕਿਉਂ ਆਇਆ, ਕਿਉਂਕਿ ਦੇਖੋ ਐਟ ਦਾ ਪਾਰਟਿੰਗਸ ਵੀ ਆ ਗਿਆ, ਅਰਥ ਮੂਵਮੈਂਟ ਆ ਗਈ, ਤਾਂ ਕਾਜ਼ ਕੀ ਹੁੰਦਾ ਹੈ, ਕੀ ਕਾਰਨ ਬਣਦਾ ਹੈਗਾ, ਤਾਂ ਆਪਣਾ ਆਨਸਰ ਬਣ ਗਿਆ। ਧਿਆਨ ਨਾਲ ਦੇਖੋ ਕਾਜ਼ ਕ੍ਰੈਕਸ, ਜਿਹੜੀ ਅਰਥ ਦੀ ਮੂਵਮੈਂਟ ਹੈ ਉਹ ਕੀ ਕਰਦੀ ਆ, ਉਹ ਕ੍ਰੈਕਸ ਕਰਦੀ ਆ, ਕ੍ਰੀਏਟਿੰਗ ਕ੍ਰੈਕਸ। ਤਾਂ ਜਿਹੜਾ ਆਪਣਾ ਫੋਰਥ ਆਨਸਰ ਹੈ ਬੱਚੇ ਦੈਟ ਇਜ਼ ਕਾਲਡ ਆ ਕ੍ਰੈਕਸ। ਧਿਆਨ ਨਾਲ ਦੇਖੋ ਕਿਉਂਕਿ ਆਪਾਂ ਨੂੰ ਪਤਾ ਲੱਗਿਆ ਅਰਥ ਮੂਵਸ ਕ੍ਰੀਏਟਿੰਗ, ਉੱਥੇ ਲਿਖ ਰੱਖਿਆ ਅਰਥ ਮੂਵਸ ਕਾਜ਼ ਕ੍ਰੈਕਸ ਐਟ ਦਾ ਪਾਰਟਿੰਗਸ, ਤਾਂ ਡੈਫੀਨਿਟਲੀ ਆਪਾਂ ਨੂੰ ਆਨਸਰ ਮਿਲ ਗਿਆ। ਰੇਨ ਵਾਟਰ ਟ੍ਰਿਕਲਿੰਗ, ਤੇ ਟ੍ਰਿਕਲਿੰਗ ਹੁੰਦਾ ਕਿਸੇ ਚੀਜ਼ ਦਾ ਰਿਸਣਾ, ਬੂੰਦ ਬੂੰਦ ਰਿਸਣਾ, ਠੀਕ ਹੈ। ਇਹਦਾ ਸਿਨੋਨਿਮ ਦਿਖਾਉਂਗਾ ਤੁਹਾਨੂੰ ਉੱਥੇ। ਡਾਊਨ ਥਰੂ ਦਾ ਸੋਇਲ ਐਂਡ ਡੈਸ਼ ਇਨ ਰੌਕਸ, ਸੋਇਲ ਐਂਡ ਡੈਸ਼ ਇਨ ਰੌਕਸ, ਜਿੱਥੇ ਰੇਨ ਵਾਟਰ ਦੀ ਗੱਲ ਹੋਵੇ ਟ੍ਰਿਕਲਿੰਗ ਦਾ ਸਿਨੋਨਿਮ ਦਿਖਾਉਂਗਾ ਮੈਂ ਤੁਹਾਨੂੰ, ਸੋਇਲ ਐਂਡ ਡੈਸ਼ ਇਨ ਰੌਕਸ। ਤੇ ਆਨਸਰ ਬਿਲਕੁਲ ਕੀ ਹੋਏਗਾ, ਇਸ ਤੋਂ ਆਪਾਂ ਨੂੰ ਨੀਚੇ ਹੀ ਮਿਲੇਗਾ। ਕ੍ਰੈਕਸ ਤੋਂ ਅੱਗੇ ਚਲੋ, ਇੱਥੇ ਆ ਜਾਓ। ਕਹਿੰਦਾ ਰੇਨ ਵਾਟਰ ਪੈਰਕੋਲੇਟਸ, ਜਿਹੜਾ ਪੈਰਕੋਲੇਟਸ ਹੈ ਇਹ ਸਿਨੋਨਿਮ ਹੈ ਬੱਚੇ ਟ੍ਰਿਕਲਿੰਗ ਦਾ, ਮਤਲਬ ਕਿ ਰਿਸਣਾ, ਇਹ ਸਿਨੋਨਿਮ ਹੈਗਾ। ਹੁਣ ਆਪਾਂ ਨੂੰ ਪਤਾ ਕਿ ਆਨਸਰ ਤਾਂ ਇੱਥੇ ਹੋਏਗਾ। ਕਹਿੰਦਾ ਰੇਨ ਵਾਟਰ ਪੈਰਕੋਲੇਟਸ ਡਾਊਨ ਥਰੂ ਦਾ ਸੋਇਲ ਐਂਡ ਦਾ ਫ੍ਰੈਕਚਰਸ, ਮਤਲਬ ਕੀ ਹੋ ਗਿਆ, ਇਨ ਦਾ ਅੰਡਰਲਾਈਂਗ ਰੌਕਸ। ਤਾਂ ਡੈਫੀਨਿਟਲੀ ਆਪਾਂ ਨੂੰ ਕੀ ਇੱਥੇ ਤੱਕ ਸਟੇਟਮੈਂਟ ਦਿੱਤਾ ਹੋਇਆ ਸੀਗਾ, ਰੇਨ ਵਾਟਰ ਦੀ ਗੱਲ ਕਰੀ ਸੀ, ਟ੍ਰਿਕਲਿੰਗ ਦੀ ਗੱਲ ਕਰੀ ਸੀ, ਸੋਇਲ ਐਂਡ ਕੀ ਹੈ ਨਾਲ ਇਹਦੇ ਫ੍ਰੈਕਚਰਸ। ਤਾਂ ਆਪਾਂ ਨੂੰ ਜਿਹੜਾ ਨੈਕਸਟ ਆਨਸਰ ਮਿਲਿਆ ਬੱਚੇ ਦੈਟ ਇਜ਼ ਕਾਲਡ ਆ ਫ੍ਰੈਕਚਰਸ, ਕਿਉਂਕਿ ਉਰੇ ਰੌਕਸ ਵੀ ਦਿੱਤਾ ਹੋਇਆ। ਆਪਾਂ ਲੋਕੇਸ਼ਨ ਤੇ ਜਾਣ ਦੇ ਲਈ ਕੀਵਰਡ ਨੂੰ ਚੱਕੋ ਤੇ ਤੁਹਾਨੂੰ ਇੱਕ ਵੀ ਆਨਸਰ ਹੈ ਜਿਹੜਾ ਉਹ ਗਲਤ ਨਹੀਂ ਹੋਏਗਾ, ਤੇ ਤੁਹਾਨੂੰ ਐਕੂਰੇਟ ਬੈਂਡ ਮਿਲਨੇ ਸ਼ੁਰੂ ਹੋਣਗੇ। ਦੇਖੋ ਫ੍ਰੈਕਚਰਸ, ਸੋਇਲ ਐਂਡ ਫ੍ਰੈਕਚਰਸ ਇਨ, ਉੱਥੇ ਰੌਕਸ ਵੀ ਮਿਲ ਗਿਆ, ਰੇਨ ਵਾਟਰ ਵੀ ਮਿਲ ਗਿਆ, ਟ੍ਰਿਕਲਿੰਗ ਦਾ ਸਿਨੋਨਿਮ ਮਿਲ ਗਿਆ, ਬੜਾ ਸੌਖਾ ਹੈ। ਨੈਕਸਟ ਟੂ ਦਾ ਵਾਟਰ ਟੇਬਲ ਐਸਿਡਿਕ ਵਾਟਰ, ਜਿੱਥੇ ਐਸਿਡਿਕ ਵਾਟਰ ਦੀ ਟਾਕ ਤੋਂ ਬਾਅਦ ਲਾਈਮਸਟੋਨ ਅਲੋਂਗ ਜੁਆਇੰਟਸ ਵੰਸ ਡੈਸ਼ ਓਪਨਡ, ਇੱਕ ਵਾਰ ਵੰਸ ਦੀ ਟਾਕ ਹੋ ਜੇ ਡੈਸ਼ ਓਪਨਡ ਮਿਲ ਜੇ, ਲੱਭਦੇ ਕੋਈ ਗੱਲ ਨਹੀਂ, ਦੈਟਸ ਵੈਰੀ ਈਜ਼ੀ। ਤੇ ਹਮੇਸ਼ਾ ਇਹ ਗੱਲ ਯਾਦ ਰੱਖੋ, ਇੱਥੇ ਤੱਕ ਹੋ ਗਿਆ, ਹੁਣ ਇਸ ਤੋਂ ਅੱਗੇ ਚਲੋ ਇਹ ਤੋਂ ਅੱਗੇ ਰੀਡ ਕਰਦਾ ਬੱਚੇ, ਉਮੀਦ ਕਰੂੰਗਾ ਤੁਹਾਨੂੰ ਸਮਝ ਆ ਰਿਹਾ ਹੋਵੇਗਾ। ਤੇ ਐਗਜ਼ਾਮ ਇਸ ਲੈਵਲ ਦਾ ਹੀ ਆਏਗਾ, ਇਸ ਤੋਂ ਟਫ ਨਹੀਂ ਆਉਂਦਾ, ਚਿੰਤਾ ਨਾ ਕਰੋ, ਡਰਿਆ ਨਾ ਕਰੋ। below which all cavities and pores are filled with the water, this water which is usually acidic, देखो acidic हो गया, dissolves limestone along the joints हो गया definitely, once very good answer मिल गया, once
डैश इज ओपनड मतलब क्या है वंस अ पैसेज ਹੁੰਦਾ ਰਾਹ वंस अ पैसेज इज ओपनड ਇਹਦਾ ਬਿਲਕੁਲ ਆਪਾਂ ਨੂੰ ਸ਼ਰੇਆਮ ਆਨਸਰ ਹੈ ਜਿਹੜਾ ਉਹ ਉੱਪਰ ਹੀ ਪਿਆ ਸੀਗਾ वेरी गुड ਆਪਾਂ ਨੂੰ 6th ਆਨਸਰ ਵੀ ਮਿਲ ਗਿਆ that is called a once dash is opened मतलब कि once a passage is opened once passage opened extended by sand people taken along by मतलब कि ਜਦੋਂ extended by sand ਤੇ people ਨਾਲ ਕੀ ਲੈ ਕੇ ਜਾਂਦੇ ਨੇ taken along by ਤੇ ਨਾਲ ਹੀ ਉਹਦੇ ਆਨਸਰ ਮਿਲੇਗਾ ਦੇਖੋ ਫਲੋ ਚਾਰਟ ਦਾ ਕਿੰਨਾ ਵਧੀਆ ਕਿ ਅੱਗੇ ਦੀ ਅੱਗੇ ਆਨਸਰਸ ਨਾਲ ਨਾਲ ਮਿਲ ਜਾਂਦੇ ਆ ਠੀਕ ਆ it is enlarged by the abrasive action of sand and pebbles ਉਥੇ taken along by ਸੀ ਉਰੇ ਕੀ ਹੈ carried by streams ਸ਼ਰਿਆਮ ਆਪਾਂ ਨੂੰ ਆਨਸਰ ਬਿਲਕੁਲ ਇਹ ਵੀ ਮਿਲ ਗਿਆ ਉਥੇ taken along by ਸੀ ਤਾਂ ਉਰੇ carried by ਸੀ ਤਾਂ ਜਿਹੜਾ ਆਨਸਰ ਹੈ ਬੱਚੇ that is called a streams ਤੁਸੀਂ ਦੇਖੋ ਕਿ ਨਾਲ ਨਾਲ ਬਿਲਕੁਲ ਈਜ਼ੀ ਵੇ ਦੇ ਵਿੱਚ ਆਪਾਂ ਨੂੰ ਇਹ ਮਿਲਨੇ ਸ਼ੁਰੂ ਹੋ ਰਹੇ ਨੇ ਤਾਂ ਜਿਹੜਾ ਨੈਕਸਟ ਆਨਸਰ ਹੈ ਬੱਚੇ ਆਪਣਾ 7 ਦਾ ਆਨਸਰ ਹੈ taken along by that is called streams उम्मीद कर रहे हैं ਤੁਹਾਨੂੰ ਸਮਝ ਆ ਰਿਹਾ ਹੋਵੇ ਤੇ ਲਾਸਟ ਆਨਸਰ ਹੈ dash or silt and people accumulation changes stream course ਹੁੰਦਾ ਨਦੀ ਦੇ ਵਹਾਅ ਨੂੰ ਚੇਂਜ ਕਰਨਾ ਹੁਣ dash or silt ਚਾਹੀਦਾ ਤੇ ਇਹ ਆਨਸਰ ਥੋੜਾ ਜਿਹਾ ਟਿਪੀਕਲ ਹੈ ਪਰ ਮੈਂ ਤੁਹਾਨੂੰ ਇਹ ਵੀ ਬੜੇ ਤਰੀਕੇ ਨਾਲ ਸਮਝਾ ਦੂੰਗਾ ਤਾਂ ਡੈਫੀਨਿਟਲੀ ਇਹ ਇਸ ਤੋਂ ਨੀਚੇ ਹੋਏਗਾ ਠੀਕ ਹੈ ਧਿਆਨ ਨਾਲ ਇਟਸ the extensive solution takes place between the seasonal limits of the water table ठीक है ਹੁਣ ਧਿਆਨ ਨਾਲ ਦੇਖੋ erosion may continue to cut down into the floor ਇੱਕ ਤਾਂ erosion ਹੈਗਾ ਜਿਹੜਾ cut down floor ਕਰਦਾ ਹੈ ਔਰ silt and the pebbles may build up the floor divert a stream course ਮਤਲਬ ਕਿ ਆਨਸਰ ਤਾਂ ਇੱਥੇ ਤੱਕ ਹੈ ਹੁਣ ਬਹੁਤ ਬੱਚਿਆਂ ਨੂੰ ਲੱਗ ਰਿਹਾ ਹੋਗਾ ਕਿ ਸਰ ਆਨਸਰ ਫਲੋਰ ਹੈ ਜਾਂ ਆਨਸਰ ਕੱਟ ਡਾਊਨ ਹੈ ਨੈਵਰ ਆਨਸਰ ਇਜ਼ ਇਰੋਜ਼ਨ ਆਨਸਰ ਤਾਂ ਹੈ ਕਿਉਂਕਿ ਕਹਿੰਦਾ ਇਰੋਜ਼ਨ ਹੈ ਜਿਹੜਾ ਉਹ ਮੇ ਕੰਟੀਨਿਊ ਟੂ ਕੱਟ ਡਾਊਨ ਇਨਟੂ ਦਾ ਫਲੋਰ ਜਾਂ ਤਾਂ ਇਰੋਜ਼ਨ ਹੈ ਭੂਮੀਖੋਰ ਤੇ ਔਰ ਸਿਲਟ ਮਤਲਬ ਕਿਉਂਕਿ ਆਪਾਂ ਨੂੰ ਔਰ ਤਾਂ ਹੈਗੇ ਇਸ ਤੋਂ ਪਹਿਲਾਂ ਆਪਾਂ ਨੂੰ ਮੇਨ ਵਰਡ ਚਾਹੀਦਾ ਸੀਗਾ ਤਾਂ ਆਪਾਂ ਨੂੰ ਮੇਨ ਵਰਡ ਬੱਚੇ ਨਿਕਲਿਆ that is called a erosion ਤਾਂ ਐਕੂਰੇਟ ਜਿਹੜਾ ਆਨਸਰ ਹੈਗਾ that is called a erosion ਕਿਉਂਕਿ ਬਹੁਤ ਬੱਚੇ ਫਲੋਰ ਲਾ ਕੇ ਆ ਸਕਦੇ ਆ ਪਰ ਇੱਥੇ ਇਰੋਜ਼ਨ ਔਰ ਸਿਲਟ ਦੀ ਟਾਕ ਕਰੀ ਹੋਈ ਹੈ ਤਾਂ ਜਿਹੜਾ ਲਾਸਟ ਆਨਸਰ ਹੈ ਬੱਚੇ ਡੈਸ਼ ਔਰ ਸਿਲਟ ਮਤਲਬ ਕੀ ਹੈ erosion or silt and people accumulation changes stream course ਦੇਖੋ ਅੱਜ ਆਪਾਂ ਕੀ ਕੀਤਾ ਪਹਿਲਾਂ ਸਮਰੀ ਦੀ ਫਿਲ ਇਨ ਦਾ ਬਲੈਂਕਸ ਨੂੰ ਅੱਛੇ ਤਰੀਕੇ ਨਾਲ ਕੀਤਾ 3 ਸੀਗੇ ਤੇ 4 to 8 ਆਪਾਂ ਨੇ ਪ੍ਰੋਪਰ ਸਟੈਪ ਬਾਈ ਸਟੈਪ ਫਲੋ ਚਾਰਟ ਨੂੰ ਬਹੁਤ ਅੱਛੇ ਤਰੀਕੇ ਨਾਲ ਕੀਤਾ ਸੋ ਦੈਟਸ ਇਟ ਇਹੀ ਇੰਗਲਿਸ਼ ਹੈ ਹੁਣ ਵੈਰੀ ਫਾਈਨ ਹੁਣ ਇੱਕ ਗੱਲ ਬੜੇ ਤਰੀਕੇ ਨਾਲ ਤੁਸੀਂ ਸਮਝਦਾਰ ਹੋ ਬੱਚੇ ਅੱਜ ਆਪਾਂ ਬੜੇ ਵਧੀਆ ਤਰੀਕੇ ਨਾਲ ਫਿਲ ਇਨ ਦਾ ਬਲੈਂਕਸ ਨੂੰ ਕੀਤੀਆਂ ਨੇ ਤੇ ਡਰਨ ਦੀ ਲੋੜ ਨਹੀਂ ਐਗਜ਼ਾਮ ਦੇ ਵਿੱਚ ਬਿਲਕੁਲ ਐਵੇਂ ਹੀ ਆਉਣਗੀਆਂ ਜੇ ਸਮਰੀ ਟਾਈਪ ਆ ਗਈਆਂ ਲੋਕੇਸ਼ਨ ਤੇ ਜਾਣਾ ਸਿਖਾਤਾ ਸਟੈਪ ਬਾਈ ਸਟੈਪ ਆ ਗਈਆਂ ਤਾਂ ਪ੍ਰੋਪਰਲੀ ਤੁਹਾਨੂੰ ਦੱਸਦਾ ਕਿ ਕਿਹੜੇ ਕਿਹੜੇ ਕੀਵਰਡ ਨੂੰ ਜਾ ਕੇ ਤੁਸੀਂ ਆਨਸਰ ਨੂੰ ਲੈ ਕੇ ਆ ਸਕਦੇ ਹੋ ਜੇ ਤੁਸੀਂ ਮਤਲਬ ਕੀ ਹੈ ਲੋਕੇਸ਼ਨ ਤੇ ਪਹੁੰਚ ਕੇ ਤੇ ਤੁਹਾਨੂੰ ਬਹੁਤ ਲੱਗਦਾ ਕਿ ਸਰ ਆਨਸਰ 'ਚ ਕਨਫਿਊਜ਼ਨ ਹੈ ਤਾਂ ਜਿਹੜੇ ਇਧਰ ਕੁਐਸਚਨ 'ਚ ਜਿਹੜੇ ਵਰਡਸ ਨੇ ਉਹਨਾਂ ਨੂੰ ਪ੍ਰੋਪਰ ਉੱਥੇ ਜਾ ਕੇ ਲੋਕੇਸ਼ਨ ਤੇ ਕੱਟ ਦਿਓ ਬਾਕੀ ਜਿੰਨੇ ਕੁ ਵਰਡ ਬਚਣਗੇ ਤਾਂ ਆਪਾਂ ਨੂੰ ਉਹਨਾਂ ਦੇ ਵਿੱਚੋਂ ਆਨਸਰ ਹੈ ਜਿਹੜਾ ਬਿਲਕੁਲ ਬਹੁਤ ਅੱਛੇ ਤਰੀਕੇ ਨਾਲ ਮਿਲ ਜਾਏਗਾ so thank you very much I tried my best to teach you so respect you love you take care तब तक के लिए अलविदा।